ਅੱਜ-ਕੱਲ੍ਹ ਵਧੇਰੇ ਕਿਸਾਨ ਵੀਰ ਖੇਤਾਂ ਵਿੱਚ ਹੀ ਝੋਨੇ ਅਤੇ ਕਣਕ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਸਾੜ ਕੇ ਜਿੱਥੇ ਪ੍ਰਦੂਸ਼ਣ ਪੈਦਾ ਕਰਦੇ ਨੇ ਉੱਥੇ ਹੀ ਆਪਣੇ ਮਿੱਤਰ ਕੀੜੇ ਵੀ ਮਾਰ ਦਿੰਦੇ ਨੇ। ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਤਹਿਸ-ਨਹਿਸ ਹੋ ਜਾਂਦੀ ਹੈ ਅਤੇ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਇੰਦਰਪਾਲ ਸਿੰਘ ਸੰਧੂ, ਡਾਕਟਰ ਗੁਰਮੇਲ ਸਿੰਘ ਅਤੇ ਡਾਕਟਰ ਅਮਨਦੀਪ ਸਿੰਘ ਨੇ ਨੇੜਲੇ ਪਿੰਡ ਉਗਾਣਾ ਵਿਖੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੇ ਨਾਲ ਹੀ ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਦਾਲਾਂ, ਡੇਅਰੀ ਫਾਰਮਿੰਗ, ਖੁੰਬਾਂ ਅਤੇ ਹੋਰ ਸਹਾਇਕ ਧੰਦੇ ਸ਼ੁਰੂ ਕਰਨ ਦੀ ਸਲਾਹ ਵੀ ਦਿੱਤੀ। ਉਹਨਾਂ ਕਿਹਾ ਕਿ ਜੇਕਰ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਸ਼ੁਰੂ ਕਰਦਾ ਹੈ ਤਾਂ ਇਸ ਦੇ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਤੇ ਲੱਗ ਜਾਂਦੇ ਨੇ। ਪਹਿਲਾਂ ਮੈਂ ਰਾਜਪੁਰਾ ਦੇ ਪਿੰਡ ਉਗਾਣਾ ਤੇ ਅਜੀਤ ਟੀਵੀ, ਅਜੀਤ ਅਖਬਾਰ ਦੇ ਮਾਧਿਅਮ ਰਾਹੀਂ ਜ਼ਿਲ੍ਹਾ ਪਟਿਆਲਾ ਦੇ ਸਾਰੇ ਕਿਸਾਨ ਵੀਰਾਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਾਡਾ ਇਹ ਕੈਂਪ ਸੀਗਾ, ਇਹ ਰਹਿੰਦ ਖੂੰਹਦ ਜਿਹੜੀ ਪਰਾਲੀ ਦੀ ਆ ਉਹਦਾ ਅਸੀਂ ਪ੍ਰਬੰਧਨ ਕਿਵੇਂ ਕਰਨਾ, ਬੇਸਿਕਲੀ ਉਹਦੇ ਉੱਤੇ ਸੀਗਾ, ਜਿਹਦੇ ਵਿੱਚ ਅੱਜ ਕਿਸਾਨਾਂ ਨੂੰ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੈਵਿਕ ਵਿਭਿੰਨਤਾ ਬਣਾਉਣ ਲਈ, ਕਲਾਈਮੇਟ ਚੇਂਜ ਨਾ ਹੋਵੇ, ਕੀੜੇ ਮਕੌੜਿਆਂ ਦਾ ਸੌਖਾ ਪ੍ਰਬੰਧ ਕਿਵੇਂ ਹੋਵੇ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਅਸੀਂ ਉਗਾਣਾ ਦੇ ਤੇ ਨਾਲ ਲੱਗਦੇ 3-4 ਪਿੰਡਾਂ ਦੇ ਕਿਸਾਨ ਵੀਰਾਂ ਨਾਲ ਜਿਹੜਾ ਅਸੀਂ ਆਪਣਾ ਵਿਚਾਰ ਸਾਂਝੇ ਕੀਤੇ ਆ। ਉਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਇਹ ਦੱਸਿਆ ਵਾ ਵੀ ਜਿਹੜੀ ਗਲੋਬਲ ਵਾਰਮਿੰਗ, ਟੈਂਪਰੇਚਰ ਜਿਹੜਾ ਰਾਈਜ਼ ਹੋ ਰਿਹਾ ਵਾ, ਜਾਂ ਇਹ ਜਿਹੜਾ ਅਸੀਂ ਕੁਝ ਪਿਛਲੀਆਂ ਸਮਿਆਂ ਦੇ ਵਿੱਚ ਜਿੱਥੇ ਵੀ ਕਿਤੇ ਕੁਤਾਹੀ ਕੀਤੀ ਆ ਸਾਡੇ ਵੱਲੋਂ, ਸਮਾਜ ਵੱਲੋਂ, ਚਾਹੇ ਉਹ ਟੈਂਪਰੇਚਰ 'ਚ ਵਾਧਾ ਹੋਇਆ, ਚਾਹੇ ਉਹ ਦਰਖਤ ਕੱਟੇ ਗਏ ਆ, ਜਾਂ ਅੱਗਾਂ ਲਾਈਆਂ ਗਈਆਂ, ਜਾਂ ਕਿਸੇ ਪ੍ਰਕਾਰ ਦੇ ਜਿਹੜੇ ਫੈਕਟਰੀਆਂ ਦੇ ਧੂਏ ਸੀ, ਉਹਨਾਂ ਸਾਰਿਆਂ ਤੋਂ ਜੇ ਅਸੀਂ ਬਚਾਅ ਕਰਨਾ ਤੇ ਉਹਦੇ ਵਿੱਚ ਸਾਨੂੰ ਜ਼ੀਰੋ ਟੋਲਰੈਂਸ ਬਣਾਉਣੀ ਪੈਣੀ ਆ, ਜ਼ੀਰੋ 'ਤੇ ਲਿਆਉਣਾ ਪੈਣਾ ਵਾ ਸਾਰਿਆਂ ਕੁਛ ਨੂੰ, ਕਿਉਂਕਿ ਇਹਦੇ ਵਿੱਚ ਐਗਰੀਕਲਚਰ ਸਭ ਤੋਂ ਜ਼ਿਆਦਾ ਅਫੈਕਟ ਹੋ ਰਹੀ ਆ। ਸਾਡੇ ਕੋਲ ਜ਼ਿਲ੍ਹੇ ਦੇ ਵਿੱਚ ਪ੍ਰਿਆਪਤ ਮਸ਼ੀਨਰੀ ਆ, ਕੁਛ ਹੁਣ ਵੀ ਸਾਡੇ ਜਿਹੜੇ ਡਰਾ ਕੱਢੇ ਆ, ਕੁਛ ਸਾਡੇ ਕੋਲ ਪਹਿਲਾਂ ਵੀ ਪਿਛਲੇ ਸਾਲਾਂ 'ਚ ਮਸ਼ੀਨਰੀ ਹੈਗੀ ਆ। ਨਹੀਂ ਤੇ ਕਿਸਾਨ ਵੀਰਾਂ ਨੂੰ ਇੱਥੇ ਸਾਡੇ ਕੋਲ ਇਸੇ ਪਿੰਡ ਦੇ ਹੋਰ ਕਿਸਾਨ ਬੈਠੇ ਸੀ ਜਿਨ੍ਹਾਂ ਨੇ ਦੱਸਿਆ ਸੀਗਾ ਵੀ ਮੈਂ ਰੋਟਾਵੇਟ ਕਰਕੇ ਹੀ ਕਿਵੇਂ ਪਿਛਲੇ 3-4 ਸਾਲ ਤੋਂ ਮੈਂ ਬਿਲਕੁਲ ਅੱਗ ਨਹੀਂ ਲਾਈ ਤੇ ਮੈਂ ਖੇਤੀ ਕਰ ਰਿਹਾ ਵਾਂ। ਉਹਨਾਂ ਦੀਆਂ ਵੀ ਉਦਾਹਰਨਾਂ ਸਾਡੇ ਕੋਲ ਆ। ਕਿਸਾਨ ਵੀਰ ਜਿਹੜੇ ਆ ਉਹਨਾਂ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਇਸ ਧਰਤੀ ਨੂੰ ਸੋਹਣੀ ਬਣਾਉਣ ਲਈ, ਇਹਨੂੰ ਸਸਟੇਨੇਬਲ ਬਣਾਉਣ ਲਈ। ਇਸ ਵੇਲੇ ਸਾਡੇ ਸਾਹਮਣੇ 2 ਚੈਲੰਜ ਆ। ਸਸਟੇਨੇਬਲ ਐਗਰੀਕਲਚਰ, ਚਿਰਸਥੀਵੀ ਲੰਬੇ ਸਮੇਂ ਵਾਸਤੇ ਇਸ ਵੇਲੇ ਸਾਡੇ ਲਈ ਇੱਕ ਚੈਲੰਜ ਆ, ਕਿਸਾਨਾਂ ਲਈ, ਮਹਿਕਮੇ ਲਈ, ਸਰਕਾਰ ਲਈ। ਚਿਰਸਥੀਵੀ ਧਰਤੀ ਜਿਹੜੀ ਆ ਉਹ ਸਿਹਤਮੰਦ ਰਹੇ, ਸਾਡੇ ਕੋਲ ਪ੍ਰਿਆਪਤ ਪਾਣੀ ਰਹੇ, ਸਾਡੇ ਕੋਲ ਚੰਗੀ ਆਬੋ ਹਵਾ ਰਹੇ। ਇਹ ਤਿੰਨੇ ਚੀਜ਼ਾਂ ਨੈਚੁਰਲ ਰਿਸੋਰਸ ਜਿਹੜੇ ਆ ਇਹ ਸਾਡੀ ਨੂੰ ਧਰਤੀ ਨੂੰ ਬਚਾਉਣ ਲਈ ਜਿਹੜੇ ਆ ਸਾਡੇ ਲਈ ਫਾਇਦੇਮੰਦ ਹੋਣਗੇ। ਡਾਕਟਰ ਸਾਹਿਬ, ਤੁਸੀਂ ਕਿਸਾਨਾਂ ਨੂੰ ਬਾਗਬਾਨੀ ਵੱਲੋਂ ਉਤਸ਼ਾਹਿਤ ਕਰਨ ਵਾਸਤੇ ਵੀ ਕੋਈ ਪ੍ਰੋਗਰਾਮ ਲਿਖਿਆ ਹੋਇਆ? ਬਿਲਕੁਲ, ਸਾਡੀ ਇਹਦੇ ਉੱਤੇ ਵੀ ਗੱਲ ਹੋਈ ਸੀ। ਐਗਰੀਕਲਚਰ ਤੋਂ ਹਟ ਕੇ ਅਸੀਂ ਜਿਹੜੇ ਵੱਖ-ਵੱਖ ਕਿੱਤੇ ਨੇ, ਚਾਹੇ ਉਹ ਬਾਗਬਾਨੀ ਆ, ਚਾਹੇ ਉਹ ਸਬਜ਼ੀਆਂ ਵਿੱਚ ਆ ਜਾਂਦੀਆਂ, ਫਲਦਾਰ ਬੂਟੇ ਆ ਜਾਂਦੇ ਆ, ਜਾਂ ਸਹਾਇਕ ਧੰਦੇ ਆ, ਖੁੰਬਾਂ ਪਾਲਣੀਆਂ ਵਾ, ਜਾਂ ਲੈਂਡਸਕੇਪਿੰਗ ਆ, ਉਹਦੇ ਲਈ ਸਾਨੂੰ ਅੱਡ-ਅੱਡ ਮੁਹਾਰਤ ਕਰਕੇ ਸਾਡੀ ਜਿਹੜੀ ਅਨਐਮਪਲੋਇਮੈਂਟ ਆ ਇਹਦਾ ਸਭ ਤੋਂ ਵੱਡਾ ਇੰਪਲੋਇਮੈਂਟ ਦੇਣ ਦਾ ਐਗਰੀਕਲਚਰ ਸੈਕਟਰ ਦੇ ਵਿੱਚ ਬਹੁਤ ਵੱਡਾ ਸਕੋਪ ਆ। ਅਤੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਮਤਲਬ ਇਹ ਬੇਨਤੀ ਕਰਦਾ ਵੀ ਸਾਡੇ ਕੋਲ ਆਉਣ, ਵੱਖ-ਵੱਖ ਕਿੱਤਿਆਂ ਦੇ ਉੱਤੇ ਜਿਹੜੇ ਟ੍ਰੇਨਿੰਗ ਲੈ ਕੇ ਆਪਾਂ ਰੁਜ਼ਗਾਰ ਇੱਥੇ ਹੀ ਲੈਣਾ, ਬਾਹਰ ਪ੍ਰਮਾਤਮਾ ਨਾ ਆਪਾਂ ਨੂੰ ਭੇਜੇ ਅਤੇ ਨਾ ਅਸੀਂ ਜਾਈਏ, ਆਪਣੇ ਘਰ 'ਚ ਰੁਜ਼ਗਾਰ ਲਈਏ। ਖੇਤੀਬਾੜੀ ਵਿਭਾਗ ਰਾਜਪੁਰਾ ਤੋਂ ਅੱਜ ਮੈਂ ਸਾਰੇ ਕਿਸਾਨ ਵੀਰਾਂ ਨਾਲ ਇਸ ਮਸਲੇ 'ਤੇ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਆਪਣੀ ਕਣਕ ਤੇ ਝੋਨੇ ਦੀ ਰਵਾਇਤੀ ਖੇਤੀ ਆ ਉਹਦੇ ਤੋਂ ਹਟ ਕੇ ਅਸੀਂ ਦੂਜੀਆਂ ਫਸਲਾਂ ਵੱਲ ਵੀ ਉਤਸ਼ਾਹਿਤ ਹੋਈਏ। ਜਿਵੇਂ ਕਿ ਰਾਜਪੁਰਾ ਵਿੱਚ ਪਿਛਲੇ ਕੁਝ ਸਮੇਂ ਤੋਂ ਬੜੀ ਵੱਡੀ ਗਿਣਤੀ ਵਿੱਚ ਕਿਸਾਨ ਮੱਕੀ ਦਾ ਜਿਹੜੀ ਫਸਲ ਆ ਉਹਦਾ ਉਤਪਾਦ ਕਰ ਰਹੇ ਆ, ਉਸ ਤੋਂ ਕਾਫੀ ਜਿਹੜਾ ਫਾਇਦਾ ਲੈ ਰਹੇ ਆ। ਜਿਹੜੀ ਮੱਕੀ ਦੀ ਫਸਲ ਆ ਉਸ ਨੂੰ ਚਾਰੇ ਵਜੋਂ ਵੀ ਵੇਚ ਰਹੇ ਆ। ਇਸ ਸਮੇਂ ਰਾਜਪੁਰਾ ਵਿੱਚ ਹੀ ਤਕਰੀਬਨ 4 ਜਿਹੜੇ ਮੱਕੀ ਦੇ ਪਲਾਂਟ ਲੱਗੇ ਆ, ਜਿਹੜੇ ਚਾਰੇ ਵਜੋਂ ਮੱਕੀ ਨੂੰ ਖਰੀਦ ਰਹੇ ਆ। ਤਕਰੀਬਨ 180-90 ਰੁਪਏ ਕੁਆਂਟਲ ਦੇ ਹਿਸਾਬ ਨਾਲ ਚਾਰਾ ਵਿਕ ਰਿਹਾ।
ਉਸ ਤੋਂ ਇਲਾਵਾ ਬਹੁਤ ਵੱਡਾ ਏਰੀਆ ਸਾਡਾ ਜਿਹੜਾ ਸਬਜ਼ੀਆਂ ਅੰਡਰ ਵੀ ਆ, ਕਿਉਂਕਿ ਰਾਜਪੁਰਾ ਦੀ ਲੋਕੇਸ਼ਨ ਕੁਛ ਇਸ ਤਰ੍ਹਾਂ ਦੀ ਆ ਕਿ ਇਸ ਦੇ ਆਲੇ ਦੁਆਲੇ ਕਾਫੀ ਵੱਡੇ ਸ਼ਹਿਰ ਲੱਗਦੇ ਹਨ, ਜਿਸ ਤੋਂ ਕੀ ਆ ਕਿ ਜੇਕਰ ਕਿਸਾਨ ਵੀਰ ਸਬਜ਼ੀ ਲਾਉਣਗੇ ਤਾਂ ਉਹ ਸਮੇਂ-ਸਮੇਂ ਤੇ ਰੈਗੂਲਰ ਇਨਕਮ ਲੈ ਸਕਦੇ ਆ। ਤੇ ਸਬਜ਼ੀਆਂ ਦਾ ਜਿਹੜਾ ਅੱਜ ਕੱਲ੍ਹ ਆ ਜਿਹੜਾ ਹਰ ਫੈਮਿਲੀ 'ਚ ਰੁਝਾਨ ਬਹੁਤ ਵਧਿਆ, ਤੇ ਸਬਜ਼ੀਆਂ ਜਿਹੜੀਆਂ ਮੋਸਟਲੀ ਪੰਜਾਬ 'ਚ ਆ ਰਹੀਆਂ ਉਹ ਅਸੀਂ ਬਾਹਰੋਂ ਇੰਪੋਰਟ ਕਰ ਰਹੇ ਹਾਂ। ਸੋ ਇੱਥੇ ਜੇ ਕਿਸਾਨ ਆਪਣੀਆਂ ਸਬਜ਼ੀਆਂ ਲਾਉਣਗੇ ਤਾਂ ਬੜਾ ਵੱਡਾ ਫਾਇਦਾ ਕਮਾ ਸਕਦੇ ਆ। ਡਾਕਟਰ ਸਾਹਿਬ, ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਇਹ ਹੁੰਦੀ ਹੈ ਵੀ ਸਬਜ਼ੀ ਲਈ ਲਾ ਤਾਂ ਲੈਂਦੇ ਆ, ਇਹਨਾਂ ਦੀ ਮੰਡੀ ਕਦ ਹੁੰਦਾ ਨਹੀਂ, ਬਾਅਦ ਵਿੱਚ ਬੜੀ ਦਿੱਕਤ ਆਉਂਦੀ ਹੈ। ਇਹਦੇ ਬਾਰੇ ਕੋਈ ਪੰਜਾਬ ਸਰਕਾਰ ਦੀ ਕੋਈ ਹੈਗੀ ਹੈ ਸਕੀਮ? ਇਸ ਸੰਬੰਧ ਵਿੱਚ ਲਗਾਤਾਰ ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਨਾਲ ਮੀਟਿੰਗਾਂ ਵਿੱਚ ਸਾਡੇ ਅਫਸਰ ਸਾਹਿਬਾਨ ਗੱਲਬਾਤ ਕਰ ਰਹੇ ਆ, ਕਿਉਂਕਿ ਜਿਹੜਾ ਮੰਡੀਕਰਨ ਦਾ ਵਿਸ਼ਾ ਹੈ ਉਹਦੇ ਲਈ ਜਿਹੜੀ ਮੇਨ ਜਿਹੜੀ ਫਾਰਮਰਸ ਦੀ ਜਿਹੜੀ ਮੰਗ ਆ ਉਹ ਹੈਗੀ ਹੈ MSP ਨੂੰ ਲੈ ਕੇ। ਸੋ MSP ਇਹਨਾਂ ਫਸਲਾਂ ਤੇ ਹਜੇ ਤੈਅ ਨਹੀਂ ਹੋਈ, ਪਰ ਸਬਜ਼ੀਆਂ ਦਾ ਜਿਹੜੀ ਸਾਨੂੰ ਜਿੰਨੀਆਂ ਚਾਹੀਦੀਆਂ ਲੋੜੀਂਦੀਆਂ ਸਾਨੂੰ ਸਾਡੀ ਮਾਰਕੀਟ 'ਚ ਹੁੰਦੀਆਂ ਉਦੋਂ ਬਹੁਤ ਘੱਟ ਆ। ਸੋ ਜਦੋਂ ਵੀ ਕੋਈ ਕਿਸਾਨ ਮਾਰਕੀਟ 'ਚ ਸਬਜ਼ੀ ਲੈ ਕੇ ਜਾਂਦਾ ਤਾਂ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ, ਬੜਾ ਈਜ਼ੀਲੀ ਉਹਨੂੰ ਬੜੇ ਵੱਡੀ ਮਾਤਰਾ ਵਿੱਚ ਉਹਨੂੰ ਕਸਟਮਰ ਮਿਲਦੇ ਆ ਜਿਹੜੇ ਕਿ ਉਹਦੀ ਜੇ ਚੰਗੀ ਕੁਆਲਿਟੀ ਹੋਊਗੀ ਤਾਂ ਉਹਦੇ ਬੜਾ ਈਜ਼ੀਲੀ ਉਹ ਸਬਜ਼ੀ ਵੇਚ ਸਕਦਾ। ਬੋਲ ਰਹੇ ਹਾਂ, ਮੈਂ ਨੰਬਰਦਾਰ ਵੀ ਹਾਂ ਤੇ ਪਿੰਡ ਦਾ ਸਰਪੰਚ ਵੀ ਹਾਂ। ਤੇ ਜਿਹੜੀ ਅੱਗ ਲਾਉਣ ਦੇ ਬਾਰੇ 'ਚ ਮੈਂ ਗੱਲ ਕਰਨੀ ਚਾਹੁੰਦਾ ਕਿਸਾਨਾਂ ਵੀਰਾਂ ਦੇ ਗੈਲ। ਤੇ ਮੈਂ ਖੁਦ ਕਿਸਾਨ ਆ, ਇੱਕ ਛੋਟੇ ਜਿਹੇ ਪਰਿਵਾਰ 'ਚੋਂ 20 ਕਿੱਲੇ ਪੈਲੀ ਹੈ ਮੇਰੇ ਕੋਲ। ਤੇ ਅਸੀਂ ਅੱਗ ਲਾਉਣ ਦੇ ਬਾਰੇ 'ਚ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹਦਾ ਕੋਈ ਹੋਰ ਪ੍ਰਬੰਧ ਵੀ ਥੋੜ੍ਹਾ ਬਹੁਤ ਹੋਣਾ ਚਾਹੀਦਾ। ਕਿਉਂ ਅੱਗ ਲਾਉਣ 'ਚ ਜਾਂ ਤਾਂ ਸਾਨੂੰ ਸਰਕਾਰ ਉਤਸ਼ਾਹਿਤ ਕਰੇ, ਥੋੜ੍ਹਾ ਬਹੁਤ ਸਾਨੂੰ ਕੋਈ ਬੋਨਸ ਦੇਵੇ, ਜੀਰੀ ਪਰ ਦੇਵੇ, ਕਣਕ ਪਰ ਦੇਵੇ, ਤਾਂ ਕਿ ਕਿਸਾਨ ਖੁਸ਼ ਹੋ ਕੇ ਇੱਧਰਲੇ ਪਾਸੇ ਨੂੰ ਜਾਵੇ। ਇਹਦੇ ਗੱਲ ਜਿਹੜੇ ਮਿੱਤਰ ਜੀਵ ਆ ਇਹ ਸਾਨੂੰ ਜ਼ਰੂਰ ਪਤਾ, ਸਾਰੇ ਕਿਸਾਨਾਂ ਨੂੰ ਪਤਾ ਵੀ ਜਿਹੜੇ ਮਿੱਤਰ ਜੀਵ ਆ ਇਹ ਖਤਮ ਹੁੰਦੇ ਆ। ਅੱਗ ਲਾਉਣ 'ਚ ਘਾਟਾ ਬਹੁਤ ਆ, ਪਰ ਕਿਸਾਨ ਦੀ ਬਹੁਤ ਬੜੀ ਮਜਬੂਰੀ ਆ। ਕਿਸਾਨਾਂ ਨੂੰ ਜੇ ਉਤਸ਼ਾਹਿਤ ਸਰਕਾਰ ਕਰੇ ਤਾਂ ਕਾਫੀ ਕਿਸਾਨ ਹੁਣ ਬਹੁਤ ਜ਼ਿਆਦਾ, ਅਸੀਂ ਵੀ ਅੱਗ ਲਾਉਣ ਤੇ ਬਹੁਤ ਗੁਰੇਜ਼ ਕਰ ਰਹੇ ਹਾਂ। ਇਹਨੂੰ ਅੱਗ ਦੇ ਬਾਰੇ 'ਚ ਹਰੇਕ ਕਿਸਾਨ ਜਾਗਰੂਕ ਆ। ਹੁਣ ਐਸੀ ਗੱਲ ਨਹੀਂ ਹੈ ਵੀ ਨਹੀਂ ਹੈ, ਹੁਣ ਸਭ ਇਹ ਚਾਹੁੰਦੇ ਆ ਵੀ ਜਿੰਨੇ ਵੀ ਸਾਡੇ ਇਹ ਆਪਣੇ ਮਹਿਕਮੇ ਵਾਲੇ ਬੰਦੇ ਆਏ ਵੀ ਅੱਜ ਵੀ ਆਉਂਦੇ ਆ, ਸਾਨੂੰ ਆ ਕੇ ਉਤਸ਼ਾਹਿਤ ਵੀ ਕਰਦੇ ਆ, ਸਾਡੀ ਮਦਦ ਵੀ ਬਹੁਤ ਕਰਦੇ ਆ, ਸਾਨੂੰ ਸੰਦ ਵੀ ਹੈਪੀ ਸੀਡਰ ਵਗੈਰਾ ਕਿਰਾਏ ਪਰ ਦਿੰਦੇ ਆ। ਪਰ ਇਹਦੇ ਗੱਲ ਇੰਨਾ ਕੰਮ ਨਹੀਂ ਬਣਦਾ ਜਿੰਨਾ ਸਰਕਾਰ ਕੁਛ ਉਪਰਾਲਾ ਕਰੇ। ਬਹੁਤ ਠਹਿਰਾਅ ਆਇਆ ਜੀ, ਕਿਉਂ ਮਹਿਕਮੇ ਵਾਲੇ ਜਿਸ ਢੰਗ ਗੱਲ ਦੱਸਦੇ ਆ ਇਹ ਬਹੁਤ ਕਿਸਾਨ ਵੀਰਾਂ ਦੀ ਮਦਦ ਕਰਦੇ ਆ। ਇਹ ਬਹੁਤ ਆਪਣੇ ਭਰਾਵਾਂ ਵਾਂਗੂ ਆ ਕੇ ਦੱਸਦੇ ਆ ਵੀ ਭਾਈ ਇਹਦੇ 'ਚ ਆਪਾਂ ਨੂੰ ਇਹ ਘਾਟੇ ਆ। ਇਹ ਸਾਡੇ ਜਿੰਨੇ ਵੀਰਾਂ ਨੇ ਜਿੰਨਾ ਹੁਣ ਤੱਕ ਇਹਨਾਂ ਨੇ ਸਾਨੂੰ ਗੈਲ ਲੈ ਕੇ ਚੱਲੇ ਆ, ਇਹਨਾਂ ਗੱਲ ਬਹੁਤ ਕਿਸਾਨ ਮਤਲਬ ਸਹਿਮਤ ਆ। ਮੇਰਾ ਨਾਮ ਪੂਰਨ ਸਿੰਘ, ਪਿੰਡ ਬਖਸ਼ੀ ਵਾਲਾ, ਖੇਵੜਦਾਰ ਉਗਾਣਾ ਜੀ। ਸਾਡੀ ਅੱਗ ਬਾਰੇ ਤਾਂ ਇਹ ਹੈ ਜੀ, ਸਾਨੂੰ ਖੇਤੀਬਾੜੀ ਵਾਲੇ ਜਿਹੜੇ ਮਹਿਕਮੇ ਵਾਲੇ ਨੇ ਉਹ ਤਾਂ ਬਹੁਤ ਗਾਈਡ ਕਰਦੇ ਨੇ, ਪਰ ਇਹ ਸਾਡਾ ਵੀ ਕੋਈ ਸ਼ੌਂਕ ਨਹੀਂ ਹੈ ਵੀ ਅੱਗ ਲਾਈਏ। ਸਾਡਾ ਇਹ ਆ ਵੀ ਕੁਛ ਨਾ ਕੁਛ ਗੌਰਮੈਂਟ ਵੀ ਦੇਵੇ, ਕੋਈ 100 ਰੁਪਿਆ ਜਿਵੇਂ ਕੁਆਂਟਲ ਦਾ ਦੇ ਦੇਵੇ। ਸੰਦ ਜਿਹੜੇ ਨੇ ਚਲੋ ਦੇ ਰਹੀ ਸਬਸਿਡੀਆਂ, ਪਰ ਫਿਰ ਵੀ ਬਹੁਤ ਘੱਟ ਨੇ, ਦੇਣੀਆਂ ਹੋਰ ਵੱਧ ਦੇਣੀਆਂ ਚਾਹੀਦੀਆਂ। ਜੇ ਸੰਦਾ ਸਾਡੇ ਕੋਲ ਹੋਏਗਾ ਉਹ ਸੰਦੇ ਦੇ ਨਾਲ ਆਇਆ ਵੀ ਹੈ, ਪਰ ਜਿਹੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗੇ ਸੰਦ ਨੇ, ਸਬਸਿਡੀਆਂ ਗੌਰਮੈਂਟ ਸਾਰੇ ਲੋਕਾਂ ਨੂੰ ਦੇਵੇ